ਹੈਲੋ ਸਟੂਡੈਂਟਸ, ਤੁਹਾਡਾ ਸਾਰਿਆਂ ਦਾ ਟੀਵੀ ਸਕੂਲ ਦੇ ਨਵੇਂ ਐਪੀਸੋਡ ਵਿੱਚ ਵੈਲਕਮ ਹੈ। ਅੱਜ ਦੇ ਲੈਕਚਰ ਦੇ ਵਿੱਚ ਬੱਚੇ ਅਸੀਂ 10th ਕਲਾਸ ਦੀ ਸਾਇੰਸ ਦਾ ਸੈਕੰਡ ਚੈਪਟਰ ਦੈਟ ਇਜ਼ ਐਸਿਡਸ, ਬੇਸਿਸ ਐਂਡ ਸਾਲਟਸ ਨੂੰ ਕੰਟੀਨਿਊ ਕਰਨ ਜਾ ਰਹੇ ਹਾਂ। ਇਹਦੇ ਟੌਪਿਕਸ ਨੂੰ ਆਪਾਂ ਅੱਗੇ ਵਧਾਉਣ ਤੋਂ ਪਹਿਲਾਂ ਇੱਕ ਵਾਰੀ ਰਿਵਾਈਜ਼ ਕਰ ਲੈਂਦੇ ਹਾਂ ਕਿ ਪਿਛਲੇ ਚੈਪਟਰਸ ਦੇ ਵਿੱਚ, ਪਿਛਲੇ ਲੈਕਚਰਸ ਦੇ ਵਿੱਚ ਅਸੀਂ ਇਸ ਚੈਪਟਰ ਬਾਰੇ ਕੀ ਪੜ੍ਹਿਆ ਸੀ। ਸਭ ਤੋਂ ਪਹਿਲਾਂ ਅਸੀਂ ਐਸਿਡਸ ਤੇ ਬੇਸਿਕ ਦੀ ਜਨਰਲ ਇੰਟਰੋਡਕਸ਼ਨ ਪੜ੍ਹੀ ਸੀ, ਜਨਰਲ ਫਿਜ਼ੀਕਲ ਪ੍ਰੋਪਰਟੀਜ਼ ਪੜ੍ਹੀਆਂ ਸੀ, ਕਿਵੇਂ ਅਸੀਂ ਆਈਡੈਂਟੀਫਾਈ ਕਰਦੇ ਹਾਂ ਕਿ ਕੋਈ ਸਬਸਟੈਂਸ ਹੈ ਜਿਹੜਾ ਉਹ ਐਸਿਡਿਕ ਹੈ ਜਾਂ ਬੇਸਿਕ ਹੈ, ਉਹਦੇ ਲਈ ਅਸੀਂ ਇੰਡੀਕੇਟਰਸ ਪੜ੍ਹੇ ਸੀ। ਉਸ ਤੋਂ ਬਾਅਦ ਅਸੀਂ ਐਸਿਡਸ ਦੀਆਂ ਡਿਫਰੈਂਟ ਕੈਮੀਕਲ ਪ੍ਰੋਪਰਟੀਜ਼ ਪੜ੍ਹੀਆਂ ਸੀ, ਠੀਕ ਹੈ। ਉਸ ਤੋਂ ਬਾਅਦ ਅਸੀਂ ਬਹੁਤ ਇੰਪੋਰਟੈਂਟ ਰਿਐਕਸ਼ਨ ਕੀਤੀ ਸੀ ਐਸਿਡ ਤੇ ਬੇਸ ਦੀ ਆਪਸ ਵਿੱਚ ਕੀ ਰਿਐਕਸ਼ਨ ਹੁੰਦੀ ਹੈ, ਜਿਹਨੂੰ ਅਸੀਂ ਕੀ ਕਿਹਾ ਸੀ, ਨਿਊਟਰਲਾਈਜੇਸ਼ਨ ਰਿਐਕਸ਼ਨ। ਉਸ ਤੋਂ ਬਾਅਦ ਅਸੀਂ ਬੜਾ ਅੱਛਾ ਇੰਟਰਸਟਿੰਗ ਟੌਪਿਕ ਜਿਹੜਾ ਹੈ ਉਹ ਡਿਸਕਸ ਕੀਤਾ ਸੀ ਪੀਐਚ ਦਾ। ਪੀਐਚ ਦਾ ਟੌਪਿਕ ਅਸੀਂ ਡਿਸਕਸ ਕੀਤਾ ਸੀ। ਪੀਐਚ ਦੇ ਟੌਪਿਕ ਵਿੱਚ ਅਸੀਂ ਕੀ ਕਿਹਾ ਸੀ ਕਿ ਜਿਹੜੇ ਬਾਕੀ ਦੇ ਇੰਡੀਕੇਟਰਸ ਨੇ, ਚਾਹੇ ਸਿੰਥੈਟਿਕ ਨੇ ਚਾਹੇ ਨੈਚੁਰਲ ਨੇ, ਠੀਕ ਹੈ, ਉਹਨਾਂ ਤੋਂ ਸਾਨੂੰ ਇੰਨਾ ਤਾਂ ਇੰਡੀਕੇਸ਼ਨ ਮਿਲਦੀ ਹੈ ਕਿ ਕੋਈ ਜਿਹੜਾ ਸਬਸਟੈਂਸ ਹੈ ਉਹ ਐਸਿਡਿਕ ਹੈ ਜਾਂ ਬੇਸਿਕ ਹੈ, ਲੇਕਿਨ ਉਹਨਾਂ ਤੋਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਗਰ ਕੋਈ ਸਬਸਟੈਂਸ ਐਸਿਡ ਹੈ ਤਾਂ ਉਹ ਕਿੰਨਾ ਸਟਰੋਂਗ ਐਸਿਡ ਹੈ, ਜਾਂ ਅਗਰ ਕੋਈ ਸਬਸਟੈਂਸ ਬੇਸ ਹੈ, ਬੇਸਿਕ ਪ੍ਰੋਪਰਟੀ ਉਹ ਸ਼ੋ ਕਰ ਰਿਹਾ ਕਿਸੇ ਵੀ ਨੈਚੁਰਲ ਜਾਂ ਸਿੰਥੈਟਿਕ ਇੰਡੀਕੇਟਰ ਦੇ ਨਾਲ, ਲੇਕਿਨ ਸਾਨੂੰ ਉਹ ਇੰਡੀਕੇਟਰ ਇਹ ਚੀਜ਼ ਆਈਡੈਂਟੀਫਾਈ ਕਰਕੇ ਨਹੀਂ ਦੱਸ ਰਿਹਾ ਕਿ ਉਹ ਬੇਸ ਕਿੰਨਾ ਜ਼ਿਆਦਾ ਸਟਰੋਂਗ ਬੇਸ ਹੈ ਜਾਂ ਕਿੰਨਾ ਵੀਕ ਬੇਸ ਹੈ। ਉਹਦੀ ਸਟੱਡੀ ਵਾਸਤੇ ਅਸੀਂ ਕੀ ਡਿਸਕਸ ਕੀਤਾ ਸੀ, ਪੀਐਚ ਦਾ ਅਸੀਂ ਸਕੇਲ ਡਿਸਕਸ ਕੀਤਾ ਸੀ, ਜਿਹਦੇ ਵਿੱਚ ਕੀ ਸੀ 0 ਤੋਂ ਲੈ ਕੇ 14 ਤੱਕ ਵੈਲਿਊਜ਼ ਸੀ, ਇਨ ਬਿਟਵੀਨ ਉਹਦੇ 7 ਸੀ। 0 ਤੋਂ 7 ਤੱਕ ਸਾਰੀਆਂ ਪੀਐਚ ਵੈਲਿਊਜ਼ ਜਿਹੜੀਆਂ ਨੇ ਉਹ ਐਸਿਡਿਕ ਬਿਹੇਵੀਅਰ ਸ਼ੋ ਕਰਦੀਆਂ ਨੇ। ਕੋਈ ਵੀ ਸਬਸਟੈਂਸ ਹੈ ਅਗਰ ਉਹਦੀ ਪੀਐਚ ਵੈਲਿਊ 0 ਤੋਂ 7 ਦੇ ਵਿੱਚ ਲਾਏ ਕਰਦੀ ਹੈ ਤਾਂ ਫਿਰ ਅਸੀਂ ਕੀ ਕਹਿ ਸੀ ਕਿ ਉਹਦਾ ਬਿਹੇਵੀਅਰ ਕੀ ਹੈ, ਐਸਿਡਿਕ ਹੈ। ਔਰ ਅਗਰ ਉਸ ਸਬਸਟੈਂਸ ਦੀ ਪੀਐਚ ਵੈਲਿਊ 7 ਤੋਂ 14 ਦੇ ਵਿੱਚ ਲਾਏ ਕਰਦੀ ਹੈ ਤਾਂ ਅਸੀਂ ਕੀ ਕਹਿ ਸੀ ਕਿ ਉਹ ਬੇਸਿਕ ਹੈ। ਲੈਫਟ ਹੈਂਡ ਸਾਈਡ ਫਰੋਮ 0 to 7 ਐਸਿਡਿਕ ਪ੍ਰੋਪਰਟੀਜ਼, ਐਸਿਡਿਕ ਬਿਹੇਵੀਅਰ ਸ਼ੋ ਹੁੰਦਾ ਹੈ ਕਿਸੇ ਵੀ ਸਬਸਟੈਂਸ ਦਾ। ਅਗਰ ਉਹ 0 ਤੋਂ 7 ਦੇ ਵਿੱਚ ਪੀਐਚ ਦੀ ਰੀਡਿੰਗ ਦਿੰਦਾ ਹੈ ਤਾਂ ਉਹਦਾ ਕੀ ਬਿਹੇਵੀਅਰ ਹੁੰਦਾ ਹੈ, ਐਸਿਡਿਕ ਬਿਹੇਵੀਅਰ। ਕੀ ਨੇਚਰ ਹੁੰਦਾ ਹੈ, ਐਸਿਡਿਕ ਨੇਚਰ। ਤੇ ਅਗਰ ਕਿਸੇ ਸਬਸਟੈਂਸ ਦੀ ਪੀਐਚ ਵੈਲਿਊ 7 ਤੋਂ 14 ਦੇ ਵਿੱਚ ਆ ਰਹੀ ਹੈ ਤਾਂ ਅਸੀਂ ਕੀ ਕਹਿੰਦੇ ਹਾਂ ਕਿ ਉਹਦੀ ਬੇਸਿਕ ਬਿਹੇਵੀਅਰ ਹੈ, ਉਹ ਬੇਸਿਕ ਨੇਚਰ ਦਾ ਸਬਸਟੈਂਸ ਹੈ। ਤੇ ਅਗਰ ਕੋਈ ਸਬਸਟੈਂਸ ਪੀਐਚ ਤੇ 7 ਵੈਲਿਊ ਸ਼ੋ ਕਰਦਾ ਹੈ ਤਾਂ ਅਸੀਂ ਕੀ ਕਿਹਾ ਸੀ ਕਿ ਉਹ ਨਿਊਟਰਲ ਹੈ, ਨਾਈਦਰ ਐਸਿਡਿਕ ਨੋਰ ਬੇਸਿਕ, ਠੀਕ ਹੈ। ਫਿਰ ਉਸ ਤੋਂ ਬਾਅਦ ਪੀਐਚ ਦੇ ਨਾਲ ਹੀ ਰਿਲੇਟਡ ਅਸੀਂ ਬੜਾ ਇੰਪੋਰਟੈਂਟ ਟੌਪਿਕ ਕੀਤਾ ਸੀ ਜਿਹੜਾ ਕਿ ਬਹੁਤ ਇੰਟਰਸਟਿੰਗ ਵੀ ਹੈ। ਕਿਉਂਕਿ ਅਸੀਂ ਉਸ ਟੌਪਿਕ ਵਿੱਚ ਦੇਖਿਆ ਸੀ ਕਿ ਜਿਹੜਾ ਪੀਐਚ ਹੈ ਇਹਦੀ ਜਿਹੜੀ ਯੂਜ਼ੇਜ ਹੈ, ਯੂਟਿਲਿਟੀ ਹੈ, ਸਿਰਫ ਲੈਬ ਦੀਆਂ ਬਾਉਂਡਰੀਜ਼ 'ਚ ਨਹੀਂ ਹੈ, ਇਹ ਸਾਡੀ ਆਮ ਲਾਈਫ ਦੇ ਵਿੱਚ ਵੀ ਜਿਹੜਾ ਪੀਐਚ ਦਾ ਕਨਸੈਪਟ ਹੈ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਜਿਵੇਂ ਅਸੀਂ ਕਿੰਨੇ ਐਗਜ਼ਾਮਪਲਸ ਕੀਤੇ ਸੀ, ਸਾਡੀ ਬੋਡੀ ਦੇ ਅੰਦਰ ਅਸੀਂ ਐਗਜ਼ਾਮਪਲ ਕੀਤੇ ਸੀ ਕਿ ਅਗਰ ਸਾਡੀ ਬੋਡੀ ਦੀ ਐਸਿਡਿਟੀ ਅੰਦਰ ਜ਼ਿਆਦਾ ਵੱਧ ਜਾਏ ਤਾਂ ਸਾਨੂੰ ਕੀ ਹੋਣ ਲੱਗ ਜਾਂਦਾ ਹੈ, ਰੈਸਟਲੈਸਨੈਸ ਹੋਣ ਲੱਗ ਜਾਂਦੀ ਹੈ, ਜਾਂ ਅਸੀਂ ਅਨਕੰਫਰਟੇਬਲ ਫੀਲ ਕਰਦੇ ਹਾਂ। ਤੇ ਉਹਨੂੰ ਨਿਊਟਰਲਾਈਜ਼ ਕਰਨ ਵਾਸਤੇ ਅਸੀਂ ਬਾਹਰੋਂ ਦੀ ਕੋਈ ਨਾ ਕੋਈ ਐਸਾ ਸਬਸਟੈਂਸ ਇਨਟੇਕ ਕਰਦੇ ਹਾਂ ਜਿਹਦਾ ਬੇਸਿਕ ਬਿਹੇਵੀਅਰ ਹੋਏ। ਤੇ ਉੱਥੇ ਵੀ ਉਹੀ ਰਿਐਕਸ਼ਨ ਹੋ ਰਹੀ ਹੁੰਦੀ ਹੈ ਜਿਹੜੀ ਅਸੀਂ ਐਸਿਡਿਕ ਦੀ ਕੈਮੀਕਲ ਪ੍ਰੋਪਰਟੀਜ਼ 'ਚ ਸਟੱਡੀ ਕੀਤਾ ਸੀ। ਐਸਿਡਸ ਦੀ ਕੀ ਸਟੱਡੀ ਕੀਤਾ ਸੀ ਕਿ ਜਿਹੜਾ ਐਸਿਡ ਹੈ ਉਹ ਬੇਸ ਨਾਲ ਰਿਐਕਸ਼ਨ ਕਰਕੇ ਨਿਊਟਰਲਾਈਜ਼ਡ ਸਾਲਟ ਬਣਾਉਂਦਾ ਹੈ ਤੇ ਨਾਲ ਵਾਟਰ ਬਣਾਉਂਦਾ ਹੈ, ਠੀਕ ਹੈ। ਤੋ ਪੀਐਚ ਦੀ ਜਿਹੜੀ ਸਾਡੀ ਬੋਡੀ ਦੇ ਅੰਦਰ ਡਾਈਜੈਸਟਿਵ ਸਿਸਟਮ ਦੇ ਅੰਦਰ ਵੀ ਬਹੁਤ ਇੰਪੋਰਟੈਂਸ ਹੈ। ਇਸੇ ਤਰ੍ਹਾਂ ਅਸੀਂ ਕੁਝ ਐਨੀਮਲਸ ਨੂੰ, ਹਨੀ ਬੀ ਨੂੰ ਡਿਸਕਸ ਕੀਤਾ ਸੀ ਕਿ ਉਹਦੇ ਵੀ ਡੰਕ ਦੇ ਅੰਦਰ ਕੀ ਹੁੰਦਾ ਹੈ, ਐਸਿਡ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਆਪਣੇ ਮਾਊਥ ਦੀ ਗੱਲ ਕੀਤੀ ਸੀ ਕਿ ਜੇਕਰ ਇੱਕ ਸਪੈਸੀਫਿਕ ਵੈਲਿਊ ਤੋਂ ਸਾਡੇ ਮਾਊਥ ਦੀ ਪੀਐਚ ਜਿਹੜੀ ਹੈ ਨੀਚੇ ਗਿਰ ਜਾਂਦੀ ਹੈ ਤਾਂ ਅਸੀਂ ਕੀ ਕਿਹਾ ਸੀ ਕਿ ਜਿਹੜਾ ਸਾਡਾ ਟੂਥ ਦਾ ਇਨੈਮਲ ਹੈ ਉਹ ਕਰੋਡ ਹੋਣਾ ਸ਼ੁਰੂ ਹੋ ਜਾਂਦਾ ਹੈ, ਠੀਕ ਹੈ। ਇਸੇ ਤਰ੍ਹਾਂ ਅਸੀਂ ਸੋਇਲ ਦੀ ਪੀਐਚ ਦੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਕ੍ਰੌਪਸ ਨੂੰ ਉਗਾਉਣਾ ਹੈ ਤਾਂ ਉਦੋਂ ਵੀ ਜਿਹੜੀ ਸਾਡੀ ਸੋਇਲ ਦੀ ਪੀਐਚ ਵੈਲਿਊ ਹੈ ਉਹਦੀ ਬਹੁਤ ਇੰਪੋਰਟੈਂਸ ਹੈ, ਠੀਕ ਹੈ। ਉਸ ਤੋਂ ਬਾਅਦ ਅਸੀਂ ਐਸਿਡ ਰੇਨ ਦੀ ਗੱਲ ਕੀਤੀ ਸੀ। ਐਸਿਡ ਰੇਨ ਆਉਂਦੀ ਹੈ, ਐਸਿਡ ਰੇਨ ਦੇ ਨਾਲ ਜਦੋਂ ਉਹ ਰੇਨ ਰਿਵਰਸ ਚਲੀ ਜਾਂਦੀ ਹੈ, ਸੀ ਦੇ ਵਿੱਚ ਪਾਣੀ ਚਲਾ ਜਾਂਦਾ ਹੈ ਤਾਂ ਉਹ ਇਕੁਐਟਿਕ ਲਾਈਫ ਨੂੰ ਵੀ ਹਾਰਮ ਕਰਦਾ ਹੈ, ਬੈਡਲੀ ਅਫੈਕਟ ਕਰਦਾ ਹੈ।
इस तरह ਅਸੀਂ ਦੇਖਿਆ ਸੀ ਕਿ ਜਿਹੜਾ pH ਦਾ ਕਨਸੈਪਟ ਹੈ ਉਹ ਲੈਬ ਦੇ ਵਿੱਚ ਹੀ ਸੀਮਿਤ ਨਹੀਂ ਹੈ, ਉਹਦਾ ਸਾਡੇ ਆਲੇ ਦੁਆਲੇ ਦੇ ਆਮ ਵਾਤਾਵਰਣ ਦੇ ਵਿੱਚ ਵੀ ਓਨਾ ਹੀ ਇੰਪੋਰਟੈਂਸ ਹੈ। ਸਾਡੀ ਆਪਣੀ ਲਾਈਫ ਦੇ ਵਿੱਚ, ਸਾਡੀ ਬੋਡੀ ਦੇ ਅੰਦਰ ਵੀ pH ਦੀ ਜਿਹੜੀ ਬਹੁਤ ਇੰਪੋਰਟੈਂਸ ਹੈ। ਹੁਣ ਇਹ ਟੌਪਿਕ ਸੀ ਬੱਚੇ pH ਦਾ, ਐਸਿਡਸ ਤੇ ਬੇਸਿਸ ਦੇ ਨਾਲ ਰਿਲੇਟਡ। ਉਸ ਤੋਂ ਬਾਅਦ ਹੁਣ ਅਸੀਂ ਟੌਪਿਕ ਅੱਜ ਸਟਾਰਟ ਕਰਨਾ ਹੈ ਸੌਲਟਸ ਦਾ। ਸੌਲਟਸ ਦੀ ਥੋੜੀ ਜਿਹੀ pH ਦੀ ਡਿਸਕਸ਼ਨ ਆਪਾਂ ਆਪਣੇ ਪਿਛਲੇ ਲੈਕਚਰ 'ਚ ਵੀ ਕੀਤੀ ਸੀ ਕਿ ਇਹ ਜੇਕਰ ਇੱਕ ਸਟਰੋਂਗ ਐਸਿਡ ਸਟਰੋਂਗ ਬੇਸ ਦੇ ਨਾਲ ਰਿਐਕਟ ਕਰਦਾ ਹੈ, ਸਟਰੋਂਗ ਐਸਿਡ ਅਗਰ ਇੱਕ ਸਟਰੋਂਗ ਬੇਸ ਦੇ ਨਾਲ ਰਿਐਕਟ ਕਰਦਾ ਹੈ ਤਾਂ ਜਿਹੜਾ ਸੌਲਟ ਫਾਰਮ ਹੁੰਦਾ ਹੈ ਉਹ ਨਿਊਟਰਲ ਹੁੰਦਾ ਹੈ। ਕਿਹੜਾ ਸੌਲਟ ਫਾਰਮ ਹੋ ਰਿਹਾ ਹੈ? ਨਿਊਟਰਲ ਸੌਲਟ प्लस वाटर। ठीक है। दूसरी तरफ अगर असी स्ट्रोंग एसिड दे नाल एक वीक बेस की रिएक्शन करा दिए तो जिहड़ा सॉल्ट फॉर्म होएगा वो एसिडिक नेचर का होएगा। स्ट्रोंग एसिड प्लस वीक बेस तो जिहड़ा सॉल्ट फॉर्म होएगा वो की होएगा? एसिडिक नेचर का, एसिडिक सॉल्ट बनेगा नाल वाटर। तो जिहड़ा ए सॉल्ट बनेगा इनकी pH की आएगी? pH विल बी लैस दैन 7, 0 तो 7 दे विच आएगी बिकॉज इट इज एसिडिक सॉल्ट। ऑन दी अदर हैंड अगर एक वीक एसिड है उनकी असी रिएक्शन कराने स्ट्रोंग बेस दे नाल तां जिहड़ा सॉल्ट बनेगा वो किहड़े नेचर का होएगा? बेसिक नेचर का, बेसिक salt plus water. Now this salt formed here with the reaction of weak acid and strong base will be having a pH value more than 7. ठीक है, इनकी pH value की होएगी? 7 तो ज़्यादा होएगी। हुण देखो salts word असी बहुत बारी इस चैप्टर दे विच यूज़ कर चुके हैं। salt जिहड़ा word है ਉਹ ਅਸੀਂ ਸਭ ਤੋਂ ਜ਼ਿਆਦਾ ਕਿੱਥੇ ਯੂਜ਼ ਕਰਦੇ ਹਾਂ? ਕਾਮਨ ਸਾਲਟ ਦੇ ਵਿੱਚ। ਠੀਕ ਹੈ, ਕਾਮਨ ਸਾਲਟ ਇੱਕ ਐਸਾ ਸਾਲਟ ਹੈ ਜਿਹੜਾ ਇੱਕ ਲੇਮੈਨ ਨੂੰ ਵੀ ਪਤਾ ਹੈ, ਕਿ ਇੱਕ ਆਮ ਇਨਸਾਨ ਨੂੰ ਵੀ ਪਤਾ ਹੈ, ਜਿਹਨੂੰ ਕੈਮਿਸਟਰੀ ਦੀ ਨੌਲੇਜ ਵੀ ਨਹੀਂ ਹੈ ਉਹ ਵੀ ਇਸ ਵਰਡ ਬਾਰੇ ਜਾਣਕਾਰੀ ਰੱਖਦਾ ਹੈ। ਕਾਮਨ ਸਾਲਟ, ਕਾਮਨ ਸਾਲਟ ਜਿਹਨੂੰ ਅਸੀਂ ਕੈਮਿਸਟਰੀ ਵਿੱਚ ਕੀ ਕਹਿੰਦੇ ਆ? ਸੋਡੀਅਮ ਕਲੋਰਾਈਡ। ਇਹ ਸਭ ਤੋਂ ਜ਼ਿਆਦਾ इंपॉर्टेंट सॉल्ट है। तो हुण असी देखांगे कि जिहड़ा ये कॉमन सॉल्ट है यानी कि NaCl है, ये बाकी बहुत सारे कैमिकल्स नू फॉर्म करन लई एक रॉ मटीरियल की तरह काम करता है। इहदे तो होर बहुत सारे कैमिकल सबसटेंसिस, कैमिकल कंपाउंड्स असी फॉर्म करते हैं जिवें कि बेकिंग सोडा, वॉशिंग सोडा। ठीक है, इस तरह असी हुण इस सॉल्ट नू यूज़ करके डिफरेंट कैमिकल कंपाउंड्स की करांगे प्रिपरेशन ते उन्हां दी प्रॉपर्टीज़। सो बच्चे हुण साडा नैक्सट टॉपिक यही है कि कॉमन सॉल्ट अ रॉ मटीरियल फॉर कैमिकल्स, यानी कि असी डिफरेंट कैमिकल्स नू प्रोडक्ट प्रोड्यूस करांगे, उन्हां दी प्रोडक्शन करांगे, प्रिपरेशन करांगे बाय यूजिंग कॉमन सॉल्ट दैट इज सोडियम क्लोराइड। ठीक है, किहड़े किहड़े कैमिकल्स नू असी इहदे विच प्रिपेयर करांगे कॉमन सॉल्ट नू यूज़ करके? फर्स्ट ऑफ ऑल इज सोडियम हाइड्रोक्साइड, बेकिंग सोडा, वॉशिंग सोडा एंड ब्लीचिंग पाउडर। इन्हां सारे कैमिकल्स नू असी कॉमन सॉल्ट नू यूज़ करके प्रिपेयर करांगे। की कर रहे हैं आपां? जिहड़ा सोडियम क्लोराइड दैट इज़ कॉमन सॉल्ट उहदा असी एक लै रहे हैं एक्वस सोल्यूशन। ठीक है, उहनूं पानी दे विच डिसोल्व करके ते उहदी असी की करनी है? इलैक्ट्रिसिटी पास करनी है, यानी कि असी उहदा की कर रहे हैं? इलैक्ट्रोलिसिस कर रहे हैं। किहदा? सोडियम क्लोराइड का सोल्यूशन है वाटर दे विच, जिंदा एक स्पैसीफिक नेम है दैट इज ब्राइन सोल्यूशन। ब्राइन सोल्यूशन का असी की कर रहे हैं? ब्राइन सोल्यूशन का असी कर रहे हैं इलैक्ट्रोलिसिस। तो की प्रोड्यूस हो रहा है? सब तो पहला प्रोड्यूस हो रहा है सोडियम हाइड्रोक्साइड, दैन वी हैव क्लोरीन गैस एंड हाइड्रोजन गैस। सो जदों असी कॉमन सॉल्ट के वाटर के विच सोल्यूशन दे विचों इलैक्ट्रिसिटी पास कराने उनका इलैक्ट्रोलिसिस करते हैं तो की मिलता सानू? सोडियम हाइड्रोक्साइड, क्लोरीन गैस ते हाइड्रोजन गैस। हुण क्योंकि असी इहदे विचों इलैक्ट्रिसिटी पास कराई है तो
यानी कि साडे कोल एक पॉजिटिव टर्मिनल होएगा, एक नैगेटिव टर्मिनल होएगा, ते जिहड़ा क्लोरीन है ये सानू एनोड ते यानी कि पॉजिटिव टर्मिनल दे कोल मिलदा है, ते जिहड़ा हाइड्रोजन है, हाइड्रोजन गैस जिहड़ी है वो नियर कैथोड कलैक्ट हुंदी है। ठीक है, सो हुण असीं देखांगे कि जिहड़े ये 3 प्रोडक्ट्स बने ने बाय द इलैक्ट्रोलिसिस ऑफ ब्राइन सोल्यूशन, इन्हां तिन्नां दा अगे फर्दर की यूज़ है, किवें किवें इन्हां नूं असीं यूज़ करदे हां, ते इन्हां तिन्नां विचों किहड़े-किहड़े प्रोडक्ट दी किस कैमिकल दी फॉर्मेशन दे विच किस तरह यूज़ हुंदा है। सो बच्चे हुण असीं देख चुके हैं कि जदों असीं ब्राइन सोल्यूशन दी इलैक्ट्रोलिसिस कीती है तां की साडे कोल प्रोडक्ट्स आए हैं, सोडियम हाइड्रोक्साइड, ठीक है, क्लोरीन गैस ते हाइड्रोजन गैस। ठीक है, हाइड्रोजन गैस सानू मिली है कैथोड दे उत्ते यानी कि जिहड़ा नैगेटिव टर्मिनल है, क्लोरीन गैस जिहड़ी सानू मिली है एनोड ते सोडियम हाइड्रोक्साइड सानू मिलिया नियर कैथोड। हुण असीं देखदे हां कि इन्हां प्रोडक्ट्स दा जिहड़े इलैक्ट्रोलिसिस दे बाद सानू प्रोडक्ट्स ऑब्टेन होए ने उन्हां दा अगे की यूज़ है। ठीक है, हाइड्रोजन गैस है यूज़ हो रही है एज फ्यूल्स एयरक्राफ्ट्स या स्पेस क्राफ्ट्स दे विच जिहड़ी ਇਹ हाइड्रोजन गैस है ये फ्यूल दे तौर ते यूज़ हुंदी है। नैक्सट वी हैव मार्जरीन्स इन द फॉर्मेशन ऑफ अमोनीया, ਇੱਥੇ ਵੀ ਕੀ यूज़ हुंदी है हाइड्रोजन गैस। नैक्सट वी हैव क्लोरीन गैस विच इज़ फॉर्मड एट एनोड, कादे वास्ते यूज़ हो रही है, वाटर ट्रीटमेंट वास्ते, वाटर नू प्यूरीफाई करने वास्ते यूज़ हुंदी है। नैक्सट वी हैव स्विमिंग पूल्स दी सफाई वास्ते भी क्लोरीन जिहड़ी है यूज़ हुंदी है। नैक्सट वी हैव PVC पॉलीविनाइल क्लोराइड, इनदी फॉर्मेशन वास्ते भी सानू की चाहिए, क्लोरीन चाहिए है। एज डिसइनफेक्टेंट्स, प्रोडक्शन ऑफ CFC क्लोरोफ्लोरोकार्बन, एंड देन वी हैव पेस्टिसाइड्स, इन्हां सब दी फॉर्मेशन वास्ते भी सानू किहदी लोड़ पैंदी है, क्लोरीन दी। नैक्सट वी हैव सोडियम हाइड्रोक्साइड, इनका की यूज़ है डीग्रीजिंग मैटल्स दी डीग्रीजिंग वास्ते सोडियम हाइड्रोक्साइड बेस है जिहड़ा वो यूज़ हुंदा है। नैक्सट वी हैव इन द फॉर्मेशन ऑफ सोप्स एंड डिटर्जेंट्स, उत्थे भी जिहड़ा सोडियम हाइड्रोक्साइड है वो यूज़ हुंदा है। ये तो स्पैसीफिकली बच्चे तुसीं पढ़ना ही है इसे बुक दे विच अगे जाके जदों तुसीं कार्बन एंड इट्स कंपाउंड्स पढ़ोगे तां तुसीं देखोगे कि सोप्स ते डिटर्जेंट्स दी फॉर्मेशन दे विच सोडियम हाइड्रोक्साइड किद्दां यूज़ हो रहा है। नैक्सट वी हैव पेपर मेकिंग वास्ते भी सोडियम हाइड्रोक्साइड यूज़ होता है। नैक्सट वी हैव इन द प्रोडक्शन ऑफ आर्टिफिशियल फाइबर्स, सो दीज आर दी यूजेज ऑफ सोडियम हाइड्रोक्साइड। नाउ हुण असीं देखते हैं कि जिहड़ी हाइड्रोजन गैस सानू ऑब्टेन हुई है ते क्लोरीन गैस जिहड़ी ऑब्टेन हुई है उन्हां नूं मिला के कित्थे यूज़ हुंदा है, उन्हां दा कादे वास्ते यूज़ हुंदा है, HCl प्रोडक्शन यानी कि इन द प्रोडक्शन ऑफ हाइड्रोक्लोरिक एसिड। हुण हाइड्रोक्लोरिक एसिड जिन्हों असी हाइड्रोजन ते क्लोरीन नूं यूज़ करके बनाने हाँ, इनका कित्थे कित्थे यूज़ है। क्लीनिंग स्टील दी क्लीनिंग वास्ते, प्रिपरेशन ऑफ अमोनियम क्लोराइड दैट इज़ NH4Cl। ठीक है, होर HCl दी कादे विच एप्लीकेशन हैगी है, मैडिसिन्स दे विच, फॉर्मेशन ऑफ कस्मैटिक्स दे विच। सो इन्हां सारे फील्ड्स दे विच HCl यूज़ हुंदा है, जिन्हों असी कित्थों बनाने हाँ, हाइड्रोजन ते क्लोरीन तो, जिहड़े सानू कित्थों ऑब्टेन होए है, ब्राइन सोल्यूशन दे इलैक्ट्रोलिसिस तो बाद प्रोडक्ट्स दे विच सानू की मिले है, सानू हाइड्रोजन ते क्लोरीन, जिन्हां दी डिफरेंट की ने एप्लीकेशनस ने। हुण असी की डिस्कस करांगे, हुण असी 1 बाय 1 कैमिकल कंपाउंड्स डिस्कस करांगे जिहड़े कि ब्राइन सोल्यूशन तो ऑब्टेन जिहड़े सानू प्रोडक्ट्स ऑब्टेन होए ने उन्हां नूं यूज़ करके असी फॉर्म करांगे। फर्स्ट ऑफ ऑल जिहड़ा असी कंपाउंड पढ़न जा रहे हैं दैट इज़ ब्लीचिंग पाउडर। सो द फर्स्ट केमिकल कंपाउंड दैट वी आर गोइंग टू प्रिपेयर इज़ ब्लीचिंग पाउडर। ठीक है, ब्लीचिंग पाउडर जिहड़ा केमिकल है वो असी प्रिपेयर करना है यूजिंग द प्रोडक्ट्स फॉर्मड बाय द इलैक्ट्रोलिसिस ऑफ ब्राइन सोल्यूशन। सो किहड़ा प्रोडक्ट असी उहदे विच जिहड़ा सानू मिले हैं, 3 प्रोडक्ट्स मिले ने, हाइड्रोजन, क्लोरीन एंड सोडियम हाइड्रोक्साइड, उन्हां विचों किहड़ा यूज़ कर रहे हैं ब्लीचिंग पाउडर की फॉर्मेशन वास्ते, किहड़ा यूज़ कर रहे हैं, क्लोरीन गैस नूं जदों असी ड्राई स्लेट लाइन दे नाल रिएक्शन कराने आ दैट इज़ कैल्शियम हाइड्रोक्साइड, इहदे नाल जदों क्लोरीन की रिएक्शन होएगी तां सानूं की मिलेगा, CaO
Cl2 plus water, ठीक है। This product formed CaOCl2, की नाम है, दा केमिकल नेम की है कैल्शियम ऑक्सीक्लोराइड। यही की है साडा ब्लीचिंग पाउडर। व्हाट इज इट? ब्लीचिंग पाउडर। तो जदों कैल्शियम हाइड्रोक्साइड की रिएक्शन असी क्लोरीन दे नाल कराई है तो सानू की मिले? कैल्शियम ऑक्सीक्लोराइड नाल वाटर फॉर्मेशन हो रही है। सो दिस कैल्शियम ऑक्सीक्लोराइड इज आर ब्लीचिंग पाउडर, ठीक है। हुण जदों असी जिन्ने भी कैमिकल कंपाउंड्स की फॉर्मेशन करनी है ना, तो सानू हर एक कंपाउंड का कैमिकल नेम भी पता होना चाहिए ते कॉमन नेम भी पता होना चाहिए, ठीक है। हुण कैल्शियम ऑक्सीक्लोराइड ब्लीचिंग पाउडर का की है? कैमिकल नेम है। कैमिकल फॉर्मूला की है? CaOCl2। ते कॉमन नेम की है? आम भाषा दे विच लोग इसनूं की कह के बुलाते हैं? ब्लीचिंग पाउडर, ठीक है। यानी कि हर कंपाउंड दे असीं 3 तरह के नाम याद रखने ने, कॉमन नेम, कैमिकल नेम ते कैमिकल फॉर्मूला। कैमिकल फॉर्मूला की है ब्लीचिंग पाउडर का? CaOCl2। कैमिकल नेम की है दा? कैल्शियम ऑक्सीक्लोराइड। कॉमन नेम की है दा? ब्लीचिंग पाउडर। तीनों चीज़ां जिहड़ियां ने सानू आने वाले हर जिन्ने भी आपां कंपाउंड्स पढ़ने ने इंक्लूडिंग दिस ब्लीचिंग पाउडर, सानू तीनों चीज़ां हर कंपाउंड दे रिलेटेड पता होनी चाहिए। हुण असीं देखदे हां कि इस ब्लीचिंग पाउडर दियां कित्थे कित्थे ते किवें किवें एप्लीकेशनस है। एप्लीकेशनस ऑफ ब्लीचिंग पाउडर। सब तो पहली एप्लीकेशन की है? टैक्सटाइल इंडस्ट्री दे विच। जिवें कि असी ब्लीचिंग पाउडर का यूज़ करना टैक्सटाइल इंडस्ट्री दे विच, कॉटन का फैब्रिक हो गया, लिनन हो गया, उन्होंने ब्लीच करने वास्ते यूज़ होंदा है, ठीक है। पेपर इंडस्ट्री दे विच, पेपर इंडस्ट्री उत्थे भी साडा जिहड़ा ब्लीचिंग पाउडर है वो यूज़ होंदा है, ठीक है। नैक्सट साडी लैबोरेटरी दे विच या लार्ज स्केल ते किसी होर कैमिकल कंपाउंड्स की प्रोडक्शन दे विच एज एन ऑक्सीडाइजिंग एजेंट, ऑक्सीडाइजिंग एजेंट के रूप दे विच ब्लीचिंग पाउडर का यूज़ होंदा है। ऑक्सीडाइजिंग एजेंट की होंदे ने? पिछले चैप्टर च असीं पढ़िया सी, फर्स्ट चैप्टर दे विच जदों असीं कैमिकल रिएक्शनस दियां टाइप्स डिस्कस कीतियां, उहदे विच पढ़िया असीं कि रिएक्शनस 2 तरह दी आपां पढ़ियां ने, ऑक्सीडेशन रिएक्शन ते रिडक्शन रिएक्शन। सो ऑक्सीडाइजिंग एजेंट ते रिड्यूसिंग एजेंट उन्हां दे नाल जुड़ियां होईयां होर टर्म्स ने। की होंदे ऑक्सीडाइजिंग एजेंट्स? वो स्पीशीज़ होंदियां कैमिकल स्पीशीज़ ਜਿਹੜੀਆਂ दूसरे कैमिकल सबसटैंस ਨੂੰ ऑक्सीडाइज होने विच हेल्प करदियां, ठीक है। तो उन्होंने असीं की कहने ऑक्सीडाइजिंग एजेंट्स, जिन्हां दी खुद मेनली रिडक्शन होंदी है तो दूसरे जिहड़ा कैमिकल स्पीशीज़ प्रेजेंट है कैमिकल रिएक्शन दे विच उनदी वो की कर दिंदियां? ऑक्सीडेशन। सो ब्लीचिंग पाउडर इज़ यूज्ड एज एन ऑक्सीडाइजिंग एजेंट इन सम कैमिकल रिएक्शंस, ठीक है। प्यूरीफिकेशन ऑफ वाटर। वाटर की प्यूरीफिकेशन वास्ते भी जिहड़ा ब्लीचिंग पाउडर है वो यूज़ होंदा एज अ डिसइनफेक्टेंट, ठीक है। सो दीज आर द मेन एप्लीकेशंस ऑफ ब्लीचिंग पाउडर। मैं रिपीट कर देनी हाँ कि जदों भी हुण असीं कैमिकल कंपाउंड्स पढ़ने ने तां मेन क्वेश्चनस इन्हां दे नेम्स के उपर ही कई बार सानू फॉर्म होके मिलते हैं पेपर दे विच कि ਉਹਦਾ की कैमिकल नेम होएगा, की ਉਹਦਾ कैमिकल फॉर्मूला होएगा, की ਉਹਦਾ कॉमन नेम होएगा, ठीक है। सो रिपीट कर लेने हैं, ब्लीचिंग पाउडर जिहड़ा है इस कंपाउंड का की है? कॉमन नेम है। ਇਹਦਾ कैमिकल फॉर्मूला की है? CaOCl2। कैमिकल नेम की है? कैल्शियम ऑक्सीक्लोराइड। इसी तरह तुसीं एक टेबल फॉर्म कर लेना है, उनदे विच तुसीं की करना है? हर कंपाउंड का कैमिकल फॉर्मूला, कैमिकल नेम ते कॉमन नेम ते प्रैपरेशन, ये 4 तुसी बॉक्स दे विच कॉलम्स बना लेने हैं, ठीक है। उनदे विच कॉमन नेम, कैमिकल फॉर्मूला, कैमिकल नेम ते प्रैपरेशन, ठीक है। ये सब तुसी वो टेबल दे विच फॉर्म करके रख लेना है, जिहदे नाल इन्हां कंपाउंड्स की जिहड़ी स्टडी है ब्रीफ ते ईजी हो जाएगी, ठीक है। सो दिस वॉज द थिंग्स अबाउट ब्लीचिंग पाउडर। ये उहदी प्रैपरेशन है कि जिहड़े ब्राइन सोल्यूशन तो सानू क्लोरीन ऑब्टेन हुई है उन्होंने यूज़ कर रहे हैं, असी रिएक्ट करा रहे हैं कैल्शियम हाइड्रोक्साइड के नाल, तो फॉर्मेशन हो रही है ब्लीचिंग पाउडर दी विद वाटर,
and these are some applications of bleaching powder in the textile industry, paper industry, as an oxidizing agent, ठीक है, and then in the purification of water. So our next compound is baking soda. Baking soda ਦੀ ਹੁਣ ਅਸੀਂ preparation ਕਰਾਂਗੇ ਤੇ ਉਹਦੀਆਂ properties ਪੜਾਂਗੇ, ਕਿੱਥੇ ਕਿੱਥੇ ਉਹਦੀਆਂ applications ਹੈ ਉਹ discuss ਕਰਾਂਗੇ. So baking soda ਦੀ preparation ਕਿਹਦੇ ਨਾਲ ਹੁੰਦੀ ਹੈ? common salt ਨੂੰ use ਕਰਕੇ. NaCl ਦੀ reaction ਜਦੋਂ water, carbon dioxide ਤੇ ammonia ਨਾਲ ਹੁੰਦੀ ਹੈ, ਇਹ ਸਾਰੇ reactants ਆਪਸ ਚ chemically react ਕਰਕੇ ਕੀ form ਕਰ ਰਿਹਾ ਹੈ? ammonium chloride and NaHCO3 ਜਿਹਨੂੰ ਅਸੀਂ ਕੀ ਕਹਿੰਦੇ ਆ? sodium bicarbonate, ठीक है, sodium bicarbonate ਜਾਂ ਫਿਰ ਇਹਦਾ ਇੱਕ ਹੋਰ ਨਾਮ ਕੀ ਹੈ? sodium hydrogen carbonate. ਇਹੀ ਜਿਹੜਾ ਕੰਪਾਊਂਡ ਫਾਰਮ ਹੋਇਆ ਹੈ ਇਹ ਕੀ ਹੈ? ਸਾਡਾ ਬੇਕਿੰਗ ਸੋਡਾ. ਸੋ ਬੇਕਿੰਗ ਸੋਡਾ ਦੀ ਕਿਵੇਂ ਪ੍ਰੈਪਰੇਸ਼ਨ ਹੈ? ਸੋਡੀਅਮ ਕਲੋਰਾਈਡ ਪਲੱਸ ਵਾਟਰ ਪਲੱਸ ਕਾਰਬਨ ਡਾਈਆਕਸਾਈਡ plus ammonia to form ammonium chloride. This is ammonium chloride. Ammonium chloride plus sodium bicarbonate. This sodium bicarbonate is known as baking soda. So अगर अपन ਨੂੰ common name ਪੁੱਛ ਲਿਆ ਜਾਏ ਤਾਂ ਕੀ ਹੈ ਇਹਦਾ? NaHCO3 ਦਾ baking soda. Chemical name ਕੀ ਹੈ? sodium bicarbonate. Chemical formula ਕੀ ਹੈ? NaHCO3. ठीक है. सो अगेन ਤਿੰਨਾਂ ਚੀਜ਼ਾਂ ਦਾ ਅਸੀਂ ਖਾਸ ਖਿਆਲ ਰੱਖਣਾ ਹੈ ਕਿ ਇਹਦਾ ਕਾਮਨ ਨੇਮ ਹੈ ਬੇਕਿੰਗ ਸੋਡਾ, ਕੈਮੀਕਲ ਨੇਮ ਹੈ ਸੋਡੀਅਮ ਬਾਈਕਾਰਬੋਨੇਟ ਜਾਂ ਫਿਰ ਸੋਡੀਅਮ ਹਾਈਡਰੋਜਨ ਕਾਰਬੋਨੇਟ ਤੇ ਇਹਦਾ ਕੈਮੀਕਲ ਫਾਰਮੂਲਾ ਕੀ ਹੈ? NaHCO3. ਹੁਣ ਅਸੀਂ ਕਰ ਲੈਂਦੇ ਹਾਂ ਇਹਦੇ ਯੂਜ਼ਸ. ਸਭ ਤੋਂ ਪਹਿਲਾ ਯੂਜ਼ ਇਹਦਾ ਕੀ ਹੈ ਕਿ ਬੇਕਿੰਗ ਸੋਡਾ ਦਾ ਜਿਹੜਾ ਯੂਜ਼ ਹੈ ਉਹ ਅਸੀਂ ਕਿਚਨ ਦੇ ਵਿੱਚ ਕਰਦੇ ਹਾਂ. ਠੀਕ ਹੈ. क्रिस्पी अपना खाने ਨੂੰ क्रिस्पी पकौड़े वगैरह ਨੂੰ क्रिस्पी बनाने ਲਈ ਜਾਂ ਕੁਕਿੰਗ ਨੂੰ ਫਾਸਟ ਕਰਨ ਲਈ. ਠੀਕ ਹੈ. ਹਾਊਸ ਹੋਲਡ ਯੂਜ਼ਸ ਵਿੱਚ ਵੀ ਇਹਦੀ ਐਪਲੀਕੇਸ਼ਨ ਅਸੀਂ ਦੇਖ ਸਕਦੇ ਹਾਂ. ਕਿਚਨ ਦੇ ਵਿੱਚ ਵੀ ਇਹਦੀ ਖਾਸ ਐਪਲੀਕੇਸ਼ਨ ਹੈ. ਨੈਕਸਟ ਇਹਦੀ ਮੇਨ ਐਪਲੀਕੇਸ਼ਨ ਹੈ ਦੀ ਪ੍ਰੈਪਰੇਸ਼ਨ ਆਫ ਬੇਕਿੰਗ ਪਾਊਡਰ. ਬੇਕਿੰਗ ਪਾਊਡਰ ਦੀ ਫਾਰਮੇਸ਼ਨ ਵਿੱਚ ਪ੍ਰੈਪਰੇਸ਼ਨ ਵਿੱਚ ਵੀ ਬੇਕਿੰਗ ਸੋਡਾ ਦਾ ਯੂਜ਼ ਹੁੰਦਾ. ਨੈਕਸਟ ਵੀ ਹੈ used as an antacid. ਇਸੇ ਚੈਪਟਰ ਦੇ ਵਿੱਚ ਅਸੀਂ ਪੜ੍ਹਿਆ ਕਿ ਐਂਟੈਸਿਡਸ ਕੀ ਹੁੰਦੇ ਨੇ. ਐਂਟੈਸਿਡਸ ਉਹ ਕੈਮੀਕਲ ਕੰਪਾਊਂਡਸ ਹੁੰਦੇ ਨੇ ਜਿਹੜੇ ਕਿ ਐਸਿਡ ਦੇ ਨਾਲ ਰਿਐਕਸ਼ਨ ਕਰਕੇ ਉਹਨੂੰ ਕੀ ਕਰ ਦਿੰਦੇ ਨੇ? ਨਿਊਟਰਲਾਈਜ਼ ਕਰ ਦਿੰਦੇ ਨੇ. ਯਾਨੀ ਕਿ ਇਹਨਾਂ ਦਾ ਕੀ ਬਿਹੇਵੀਅਰ ਹੋਏਗਾ ਕਿ ਉਹ ਐਸਿਡ ਨੂੰ ਨਿਊਟਰਲਾਈਜ਼ ਕਰ ਰਹੇ ਨੇ? ਬੇਸਿਕ ਬਿਹੇਵੀਅਰ. ਸੋ ਬੇਕਿੰਗ ਸੋਡਾ ਦਾ ਜਿਹੜਾ ਕੈਮੀਕਲ ਬਿਹੇਵੀਅਰ ਹੈ ਉਹ ਕਿੱਦਾਂ ਦਾ? बेसिक नेचर है. इस लिए ਅਸੀਂ ਇਹਨੂੰ ਕਿੱਦਾਂ ਯੂਜ਼ ਕਰਦੇ ਆ? ਐਜ਼ ਐਨ ਐਂਟੈਸਿਡ. ਯਾਨੀ ਕਿ ਅਸੀਂ ਇਹਨੂੰ ਐਂਟੈਸਿਡ ਦੇ ਤੌਰ ਤੇ ਲੈਂਦੇ ਆ ਤਾਂ ਕਿ ਸਾਡੀ ਬਾਡੀ ਦੇ ਅੰਦਰ ਜਿਹੜੀ ਐਸਿਡਿਟੀ ਆ ਉਹਨੂੰ ਰਿਲੀਫ ਮਿਲ ਸਕੇ. ਨੈਕਸਟ ਇਹਦੀ ਜਿਹੜੀ ਯੂਜ਼ ਹੈ ਉਹ ਕੀ ਹੈ? ਇਨ ਸੋਡਾ ਐਸਿਡ ਫਾਇਰ ਐਕਸਟਿੰਗੁਇਸ਼ਰਸ. ਸੋ ਬੇਕਿੰਗ ਸੋਡਾ ਦੀਆਂ ਕੀ ਯੂਜ਼ਸ ਹੈ? Preparation of baking powder, used as an antacid and in the soda acid fire extinguishers. So again ਅਸੀਂ ਇੱਕ ਵਾਰ ਰਿਵਾਈਜ਼ ਕਰ ਲੈਂਦੇ ਹਾਂ ਕਿ ਬੇਕਿੰਗ ਸੋਡਾ ਕੀ ਹੈ? NaHCO3 ਦਾ ਕਾਮਨ ਨੇਮ ਹੈ. NaHCO3 ਬੇਕਿੰਗ ਸੋਡਾ ਦਾ ਕੈਮੀਕਲ ਫਾਰਮੂਲਾ ਹੈ ਤੇ ਸੋਡੀਅਮ ਬਾਈਕਾਰਬੋਨੇਟ ਜਾਂ ਸੋਡੀਅਮ ਹਾਈਡਰੋਜਨ ਕਾਰਬੋਨੇਟ ਬੇਕਿੰਗ ਸੋਡਾ ਦਾ ਕੈਮੀਕਲ ਨੇਮ ਹੈ ਤੇ ਇਹ ਇਹਦੀ ਯੂਜ਼ਸ ਹੈ. ਇਸ ਤੋਂ ਬਾਅਦ ਹੁਣ ਅਸੀਂ ਕਰਾਂਗੇ ਕਿ ਜਿਹੜਾ ਇਹ ਸੋਡੀਅਮ ਬਾਈਕਾਰਬੋਨੇਟ ਹੈ ਇਹਨੂੰ ਜਦੋਂ ਅਸੀਂ ਅੱਗੇ ਟ੍ਰੀਟ ਕਰਦੇ ਹਾਂ ਲਾਈਕ ਹੀਟ ਕਰਦੇ ਹਾਂ ਤਾਂ ਇਹਦੇ ਉੱਤੇ ਕੀ ਇਫੈਕਟ ਪੈਂਦਾ. ਹੁਣ ਬੱਚੇ ਅਸੀਂ ਦੇਖਣਾ ਹੈ ਕਿ ਜਿਹੜਾ ਬੇਕਿੰਗ ਸੋਡਾ ਅਸੀਂ ਬਣਾਇਆ ਦੈਟ ਇਜ਼ NaHCO3 ਇਹਦੇ ਉੱਪਰ ਹੀਟ ਦਾ ਕੀ ਇੰਪੈਕਟ ਹੈ. ਜਦੋਂ ਅਸੀਂ NaHCO3 ਯਾਨੀ ਕਿ ਬੇਕਿੰਗ ਸੋਡਾ ਸੋਡੀਅਮ ਬਾਈਕਾਰਬੋਨੇਟ ਨੂੰ ਹੀਟ ਕਰਦੇ ਹਾਂ ਤਾਂ ਕੀ ਬਣਦਾ ਸਾਡੇ ਕੋਲ? Na2CO3 that is sodium carbonate plus carbon dioxide gas plus water for the balancing to NaHCO3. ठीक है. So ਜਦੋਂ ਅਸੀਂ sodium bicarbonate ਨੂੰ ਹੀਟ ਕੀਤਾ ਤਾਂ ਸਾਡੇ ਕੋਲ sodium carbonate
ਕਾਰਬਨ ਡਾਈਆਕਸਾਈਡ ਗੈਸ ਤੇ ਵਾਟਰ ਜਿਹੜੇ ਨੇ ਪ੍ਰੋਡਿਊਸ ਹੋਏ ਨੇ। ਹੁਣ ਇਹੀ ਸੋਡੀਅਮ ਕਾਰਬੋਨੇਟ ਦਾ ਯੂਜ਼ ਅਸੀਂ ਫਰਦਰ ਇੱਕ ਹੋਰ ਕੈਮੀਕਲ ਦੀ ਫਾਰਮੇਸ਼ਨ ਪ੍ਰੈਪਰੇਸ਼ਨ ਵਾਸਤੇ ਕਰਾਂਗੇ। ਇਹੀ ਸੋਡੀਅਮ ਕਾਰਬੋਨੇਟ ਰੀਕ੍ਰਿਸਟਲਾਈਜ਼ ਹੋ ਕੇ 10 ਮੋਲੀਕਿਊਲਸ ਆਫ ਵਾਟਰ ਕੀ ਫਾਰਮ ਕਰਦਾ ਸਾਡੇ ਕੋਲ Na2CO3 dot 10H2O, that is what? Washing soda. This is washing soda. ठीक है, ਜਦੋਂ ਇਹੀ ਸੋਡੀਅਮ ਕਾਰਬੋਨੇਟ ਜਿਹੜਾ ਸਾਨੂੰ ਸੋਡੀਅਮ ਬਾਈਕਾਰਬੋਨੇਟ ਨੂੰ ਹੀਟ ਕਰਕੇ ਮਿਲਿਆ ਇਹਦੀ ਰੀਕ੍ਰਿਸਟਲਾਈਜੇਸ਼ਨ ਦੇ ਨਾਲ ਸਾਡੇ ਕੋਲ obtain ਹੋ ਰਿਹਾ ਹੈ ਵਾਸ਼ਿੰਗ ਸੋਡਾ। ਠੀਕ ਹੈ, ਅਗੇਨ ਇਹ ਨਿਊ ਕੰਪਾਊਂਡ ਸਾਡੇ ਕੋਲ ਆ ਗਿਆ। ਅਗੇਨ ਇਹਦੇ ਤਿੰਨੋਂ ਤਰ੍ਹਾਂ ਦੇ ਨਾਮ ਅਸੀਂ ਕਰਨੇ ਨੇ। ਹੁਣ ਫਸਟ ਇਹਦਾ ਕਾਮਨ ਨੇਮ ਕੀ ਹੋ ਗਿਆ? ਇਹਦਾ ਕਾਮਨ ਨੇਮ ਵਾਸ਼ਿੰਗ ਸੋਡਾ। ਕੈਮੀਕਲ ਫਾਰਮੂਲਾ ਕੀ ਹੋਇਆ? Na2CO3 dot 10H2O। ठीक है, this is its chemical formula। and what about its chemical name? Its chemical name will be sodium carbonate decahydrate। so washing soda ਦਾ chemical name ਕੀ ਹੈ? sodium carbonate decahydrate। hydrate यानी कि water, deca यानी कि 10 वाटर मॉलिक्यूल्स ਦੇ ਨਾਲ ਹਾਈਡਰੇਟਡ ਹੈ। therefore ਇਹਦਾ ਕੀ ਨਾਮ ਹੈ? ਕੈਮੀਕਲ ਨੇਮ ਕੀ ਹੈ? ਸੋਡੀਅਮ ਕਾਰਬੋਨੇਟ ਡੈਕਾਹਾਈਡਰੇਟ। so now we'll discuss the uses of washing soda। first of all, washing soda is used in glass, soap and paper industries। glass, soap ਤੇ paper industries ਦੇ ਵਿੱਚ washing soda use ਹੁੰਦਾ ਹੈ। next we have manufacture of sodium compounds borax। borax ਦੇ preparation ਵਿੱਚ ਵੀ washing soda ਜਿਹੜਾ ਹੈ ਉਹ use ਹੁੰਦਾ ਹੈ। next we have cleaning agent for domestic purposes। ਘਰਾਂ ਦੇ ਵਿੱਚ ਸਫਾਈ ਕਰਨ ਵਾਸਤੇ washing soda as the name indicates use ਹੁੰਦਾ ਹੈ ਘਰਾਂ ਦੇ ਵਿੱਚ cleaning purposes ਵਾਸਤੇ। next we have removing permanent hardness of water। water ਦੀ permanent hardness ਨੂੰ ਖਤਮ ਕਰਨ ਲਈ ਵੀ washing soda ਜਿਹੜਾ ਹੈ ਉਹ use ਹੁੰਦਾ ਹੈ। so ਕੀ ਦੀਆਂ applications ਨੇ, uses ਨੇ? glass, soap, paper industry, sodium compound यानी कि borax ਦੀ manufacture ਵਾਸਤੇ, ਘਰਾਂ ਦੇ ਵਿੱਚ cleansing purposes ਵਾਸਤੇ ਤੇ water ਦੀ permanent hardness ਨੂੰ remove ਕਰਨ ਲਈ ਵੀ washing soda use ਹੁੰਦਾ ਹੈ। so ਬੱਚੇ next concept ਸਾਡੇ ਕੋਲ ਆਉਂਦਾ ਹੈ water of crystallization। ਵਾਟਰ ਆਫ ਕ੍ਰਿਸਟਲਾਈਜੇਸ਼ਨ ਦਾ ਕਨਸੈਪਟ ਸਮਝਣ ਤੋਂ ਪਹਿਲਾਂ ਅਸੀਂ ਇੱਕ ਐਕਟੀਵਿਟੀ ਸਮਝ ਲੈਂਦੇ ਹਾਂ। ਐਕਟੀਵਿਟੀ ਕੰਡਕਟ ਕਰਾਉਂਦੇ ਹਾਂ। ਐਕਟੀਵਿਟੀ ਵਿੱਚ ਅਸੀਂ ਕੀ ਕਰਨਾ ਹੈ? ਇੱਕ ਬੋਇਲਿੰਗ ਟਿਊਬ ਲੈਣੀ ਹੈ ਤੇ ਉਹਦੇ ਵਿੱਚ ਅਸੀਂ ਕਾਪਰ ਸਲਫੇਟ ਦੇ ਕੁਝ ਕ੍ਰਿਸਟਲਸ ਪਲੇਸ ਕਰਨੇ ਆ। ਕਾਪਰ ਸਲਫੇਟ ਦੇ ਕ੍ਰਿਸਟਲਸ ਪਾਣੇ ਆ ਤੇ ਅਸੀਂ ਉਹਨੂੰ ਬਰਨਰ ਦੇ ਉੱਪਰ ਹੀਟ ਕਰਨਾ ਹੈ। ਠੀਕ ਹੈ, ਕੀ ਕੀਤਾ ਸੀ? ਇੱਕ ਬੋਇਲਿੰਗ ਟਿਊਬ ਦੇ ਵਿੱਚ ਕੀ ਕੀਤਾ? ਕਾਪਰ ਸਲਫੇਟ ਦੇ ਕੁਝ ਕ੍ਰਿਸਟਲਸ ਲੈ ਕੇ ਉਹਨਾਂ ਨੂੰ ਹੀਟ ਕੀਤਾ। ਦਿਸ ਇਜ਼ ਵਾਟ ਬੋਇਲਿੰਗ ਟਿਊਬ। ਤੇ ਇਹਦੇ ਵਿੱਚ ਅਸੀਂ ਕੀ ਪਾਏ ਹੈ? ਕਾਪਰ ਸਲਫੇਟ ਕ੍ਰਿਸਟਲਸ। ਇਹਨਾਂ ਨੂੰ ਹੀਟ ਕਰਨ ਤੋਂ ਪਹਿਲਾਂ ਅਸੀਂ ਕਾਪਰ ਸਲਫੇਟ ਦੇ ਕ੍ਰਿਸਟਲਸ ਦਾ ਕਲਰ ਨੋਟ ਕਰ ਲਾਂਗੇ। ਕਾਪਰ ਸਲਫੇਟ ਦੇ ਜਿਹੜੇ ਕ੍ਰਿਸਟਲਸ ਹੁੰਦੇ ਆ ਉਹ ਸ਼ਾਈਨੀ ਬਲੂ ਕਲਰ ਦੇ ਹੁੰਦੇ ਆ। ਠੀਕ ਹੈ, ਜਦੋਂ ਅਸੀਂ ਇਸ ਬੋਇਲਿੰਗ ਟਿਊਬ ਨੂੰ ਜਿਹੜੇ ਕਿ ਕੀ ਕੰਟੇਨ ਕਰ ਰਹੇ ਕਾਪਰ ਸਲਫੇਟ ਦੇ ਕ੍ਰਿਸਟਲਸ, ਜਦੋਂ ਅਸੀਂ ਇਹਨੂੰ ਹੀਟ ਕਰਾਂਗੇ ਬਰਨਰ ਦੇ ਉੱਤੇ ਤਾਂ ਅਸੀਂ ਕੀ ਆਬਜ਼ਰਵ ਕਰਾਂਗੇ ਕਿ ਇਹ ਟਿਊਬ ਦੀ ਵਾਲਸ ਦੇ ਉੱਪਰ ਵਾਟਰ ਡ੍ਰੌਪਲੇਟਸ ਜਿਹੜੀਆਂ ਨੇ ਉਹ ਅਪੀਅਰ ਹੋ ਜਾਣਗੀਆਂ। ਵਾਟਰ ਡ੍ਰੌਪਲੇਟਸ, ਜਦਕਿ ਜਿਹੜੇ ਕਾਪਰ ਸਲਫੇਟ ਦੇ ਕ੍ਰਿਸਟਲਸ ਅਸੀਂ ਇਸ ਟਿਊਬ ਦੇ ਵਿੱਚ ਲਏ ਨੇ ਉਹ ਵੈਟ ਨਹੀਂ ਸੀ, ਉਹ ਡਰਾਈ ਹੀ ਸੀ। ਈਵਨ ਦੈਨ ਬੋਇਲਿੰਗ ਟਿਊਬ ਦੀ ਜਿਹੜੀ ਵਾਲਸ ਹੈ ਉਹਦੇ ਉੱਪਰ ਵਾਟਰ ਡ੍ਰੌਪਲੇਟਸ ਜਿਹੜੀਆਂ ਨੇ ਉਹ ਅਪੀਅਰ ਹੋ ਜਾਣਗੀਆਂ। ਠੀਕ ਹੈ, ਉਸ ਤੋਂ ਬਾਅਦ ਅਸੀਂ ਇੱਕ ਹੋਰ ਚੀਜ਼ ਨੋਟਿਸ ਕਰਾਂਗੇ। ਦੂਸਰੀ ਚੀਜ਼ ਅਸੀਂ ਕੀ ਨੋਟਿਸ ਕਰਾਂਗੇ ਕਿ ਜਿਹੜਾ ਕਾਪਰ ਸਲਫੇਟ ਦਾ ਕਲਰ ਹੈ ਉਹ ਬਲੂ ਤੋਂ ਕੀ ਹੋਈ ਜਾ ਰਿਹਾ ਹੈ? ਵਾਈਟ ਹੋਈ ਜਾ ਰਿਹਾ ਹੈ। ਠੀਕ ਹੈ, ਸੋ ਇਹਦੇ ਕਲਰ ਚੇਂਜ ਤੋਂ ਤੇ ਇਹਦੀਆਂ ਵਾਲਸ ਦੇ ਉੱਪਰ, ਟਿਊਬ ਦੀਆਂ ਵਾਲਸ ਦੇ ਉੱਪਰ ਜਿਹੜੀਆਂ ਵਾਟਰ ਦੀ ਡ੍ਰੌਪਲੇਟਸ ਆਈਆਂ ਉੱਥੋਂ ਦੀ ਸਾਡੇ ਕੋਲ ਇੱਕ ਨਿਊ ਕਨਸੈਪਟ ਆਇਆ ਹੈ, that is water of crystallization। ਕੀ ਹੈ ਇਹਦੀ ਡੈਫੀਨੇਸ਼ਨ? water of crystallization
is the fixed number of water molecules present in one formula unit of salt. किसी भी salt ਦੇ ਵਿੱਚ fixed number of water molecules जिन्ने ਉਹਦੇ ਇੱਕ formula ਦੇ ਵਿੱਚ ਜਿੰਨੇ ਵੀ fixed number of water molecules attach ਹੁੰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ water of crystallization. In this case of copper sulfate ਦਾ hydrated crystal ਜਦੋਂ ਅਸੀਂ ਲੈਂਦੇ ਆ ਤਾਂ ਉਹਦਾ ਕੀ ਫਾਰਮੂਲਾ ਹੈ CuSO4 dot 5H2O. ਸੋ ਇਸ ਕੇਸ ਦੇ ਵਿੱਚ ਕਾਪਰ ਸਲਫੇਟ ਦੇ ਕੇਸ ਦੇ ਵਿੱਚ ਹਾਈਡਰੇਟਡ ਕਾਪਰ ਸਲਫੇਟ ਦੇ ਕੇਸ ਦੇ ਵਿੱਚ ਇਹਦਾ ਫਾਰਮੂਲਾ ਕੀ ਹੈ CuSO4 dot 5H2O, ਯਾਨੀ ਕਿ ਇਹਦੇ ਇੱਕ ਫਾਰਮੂਲਾ ਯੂਨਿਟ ਦੇ ਕੋਲ ਵਾਟਰ ਦੇ ਕਿੰਨੇ ਮੋਲੀਕਿਊਲਸ ਹੈ, ਕਿੰਨੇ ਨੰਬਰ ਆਫ ਮੋਲੀਕਿਊਲਸ ਹੈ 5. So in this case copper sulfate the number of water of crystallization is 5. ਕਿੰਨੇ water of crystallization ਹੈ ਦੇ ਕੋਲ 5. ਠੀਕ ਹੈ. ਸੋ ਹੁਣ ਅਸੀਂ ਕੀ ਆਬਜ਼ਰਵ ਕੀਤਾ ਸੀ ਕਿ ਜਦੋਂ ਅਸੀਂ ਕਾਪਰ ਸਲਫੇਟ ਨੂੰ ਹੀਟ ਕੀਤਾ ਤਾਂ ਇਹਦਾ ਜਿਹੜਾ ਇੱਕ ਤਾਂ ਬਲੂ ਕਲਰ ਉਹ ਡਿਸਅਪੀਅਰ ਹੋ ਗਿਆ, ਸਾਲਟ ਸੀ ਜਿਹੜਾ ਉਹ ਵਾਈਟ ਕਲਰ ਦਾ ਹੋ ਗਿਆ, ਤੇ ਦੂਸਰੀ ਚੀਜ਼ ਅਸੀਂ ਕੀ ਦੇਖੀ ਕਿ ਟਿਊਬ ਦੀਆਂ ਵਾਲਸ ਦੇ ਉੱਤੇ ਵਾਟਰ ਡ੍ਰੌਪਲੇਟਸ ਆ ਗਈਆਂ. ਅਗੇਨ ਜਿਹੜਾ ਸਾਡੇ ਕੋਲ ਵਾਈਟ ਸਾਲਟ ਪ੍ਰੋਡਿਊਸ ਹੋਇਆ ਨਾ, ਵਾਈਟ ਸਾਲਟ ਜਿਹੜਾ ਸਾਨੂੰ ਮਿਲਿਆ ਬਾਈ ਹੀਟਿੰਗ ਕਾਪਰ ਸਲਫੇਟ, ਜਦੋਂ ਅਸੀਂ ਇਹਨੂੰ ਡਰਾਈ ਕੀ ਕਰਾਂਗੇ ਇਹਦੇ ਉੱਤੇ ਪਾਣੀ ਪਾਵਾਂਗੇ, ਵੈਟ ਕਰਾਂਗੇ ਇਹਨੂੰ, ਤਾਂ ਜਿਹੜਾ ਇਹਦਾ ਬਲੂ ਕਲਰ ਹੈ ਉਹ ਵਾਪਿਸ ਆ ਜਾਏਗਾ. ਠੀਕ ਹੈ. ਇਹ ਜਿਹੜੇ ਵਾਈਟ ਕ੍ਰਿਸਟਲ ਸਾਨੂੰ obtain ਹੋਏ ਆ ਬਾਈ ਹੀਟਿੰਗ ਕਾਪਰ ਸਲਫੇਟ ਕ੍ਰਿਸਟਲਸ, ਜਦੋਂ ਅਸੀਂ ਇਹਨਾਂ ਤੇ ਪਾਣੀ ਪਾਵਾਂਗੇ ਅਗੇਨ ਤਾਂ ਕੀ ਹੋਏਗਾ ਇਹਦਾ ਜਿਹੜਾ ਬਲੂ ਕਲਰ ਹੈ ਉਹ ਵਾਪਿਸ ਆ ਜਾਏਗਾ. ਤਾਂ ਇੱਥੋਂ ਸਾਨੂੰ ਕਨਸੈਪਟ ਪਤਾ ਲੱਗਦਾ ਹੈ ਵਾਟਰ ਆਫ ਕ੍ਰਿਸਟਲਾਈਜੇਸ਼ਨ ਦਾ. ਇਸ ਤੋਂ ਪਹਿਲਾਂ ਅਸੀਂ ਕਨਸੈਪਟ ਇਸ ਤੋਂ ਪਹਿਲਾਂ ਜਿਹੜਾ ਅਸੀਂ ਕੰਪਾਊਂਡ ਕੀਤਾ ਹੈ, ਕੈਮੀਕਲ ਕੀਤਾ ਹੈ, ਉਹ ਹੈ ਵਾਸ਼ਿੰਗ ਸੋਡਾ. ਵਾਸ਼ਿੰਗ ਸੋਡਾ ਦਾ ਅਸੀਂ ਫਾਰਮੂਲਾ ਕੀ ਕੀਤਾ ਹੈ, ਕੈਮੀਕਲ ਫਾਰਮੂਲਾ Na2CO3 dot 10H2O, यानी कि की नाम है ਇਹਦਾ ਕੈਮੀਕਲ ਨੇਮ ਕੀ ਹੈ ਸੋਡੀਅਮ ਕਾਰਬੋਨੇਟ ਡੈਕਾਹਾਈਡਰੇਟ. ਸੋ ਇਸ ਕੇਸ ਦੇ ਵਿੱਚ ਵਾਸ਼ਿੰਗ ਸੋਡਾ ਦੇ ਕੇਸ ਦੇ ਵਿੱਚ ਕਿੰਨੇ ਵਾਟਰ ਆਫ ਕ੍ਰਿਸਟਲਾਈਜੇਸ਼ਨ ਨੇ, ਕਿੰਨੇ ਕ੍ਰਿਸਟਲਾਈਜੇਸ਼ਨ ਦੇ ਪਾਣੀ ਦੇ ਮੋਲੀਕਿਊਲਸ ਨੇ ਸਾਡੇ ਕੋਲ 10. ਠੀਕ ਹੈ. ਸੋ ਕਾਪਰ ਸਲਫੇਟ ਦੇ ਕੋਲ 5 ਮੋਲੀਕਿਊਲਸ ਨੇ ਵਾਟਰ ਦੇ, ਤੇ ਵਾਸ਼ਿੰਗ ਸੋਡਾ ਕੋਲ ਕਿੰਨੇ ਨੇ 10 molecules of water of crystallization. Again ਇੱਕ ਹੋਰ ਸਾਡੇ ਕੋਲ chemical compound ਹੈ ਜਿਹਦੇ ਕੋਲ water of crystallization ਹੁੰਦਾ ਹੈ. ਠੀਕ ਹੈ. ਉਹ ਕੀ compound ਹੈ gypsum. ਇਹਦਾ ਕੀ ਫਾਰਮੂਲਾ ਹੈ calcium sulfate CaSO4 dot 2H2O. ਕੀ ਨਾਮ ਹੈ ਇਹਦਾ chemical name ਕੀ ਹੈ calcium sulfate CaSO4 dot 2H2O. ਕੀ ਨਾਮ ਹੈ ਇਹਦਾ ਕੈਲਸ਼ੀਅਮ ਸਲਫੇਟ ਡਾਈਹਾਈਡਰੇਟ. ਠੀਕ ਹੈ. ਕੀ ਕਹਿੰਦੇ ਇਹਨੂੰ ਕਾਮਨ ਨੇਮ ਕੀ ਹੈ ਇਹਦਾ ਜਿਪਸਮ. ਹੁਣ ਅਸੀਂ ਦੇਖਾਂਗੇ ਕਿ ਇਹਦੇ ਉੱਪਰ ਹੀਟਿੰਗ ਦਾ ਕੀ ਇਫੈਕਟ ਹੈ. ਸੋ ਲੈਟਸ ਡਿਸਕਸ ਜਿਪਸਮ ਦਾ ਕੀ ਕੈਮੀਕਲ ਫਾਰਮੂਲਾ CaSO4 dot 2H2O. ਇਹਦਾ ਕੈਮੀਕਲ ਨੇਮ ਕੀ ਹੈ ਕੈਲਸ਼ੀਅਮ ਸਲਫੇਟ डाइहाइड्रेट. वाटर ऑफ क्रिस्टलाइजेशन ਇਹਦੇ ਕੋਲ ਕਿੰਨੇ ਹੈ 2 ਤੋਂ ਸਾਡੇ ਕੋਲ ਟਰਮ ਆ ਰਹੀ ਹੈ ਡਾਈਹਾਈਡਰੇਟ, ਵਾਟਰ ਨੂੰ ਸ਼ੋ ਕਰ ਰਿਹਾ. ਠੀਕ ਹੈ. ਸੋ ਦਿਸ ਇਜ਼ ਕੈਲਸ਼ੀਅਮ ਸਲਫੇਟ ਡਾਈਹਾਈਡਰੇਟ. ਹੁਣ ਇਸ ਕੈਲਸ਼ੀਅਮ ਸਲਫੇਟ ਡਾਈਹਾਈਡਰੇਟ ਨੂੰ ਜਦੋਂ ਅਸੀਂ ਹੀਟ ਕਰਦੇ ਹਾਂ 373 ਕੈਲਵਿਨ ਤੇ, ਤਾਂ ਸਾਨੂੰ ਕੀ obtain ਹੁੰਦਾ ਹੈ CaSO4 dot half H2O plus 1.5 ਵਾਟਰ ਮੋਲੀਕਿਊਲ. ਇੱਥੋਂ ਸਾਡੇ ਕੋਲ ਇੱਕ ਹੋਰ ਕੈਮੀਕਲ ਆਉਂਦਾ ਹੈ that is commonly known as POP, that is plaster of Paris. ਠੀਕ ਹੈ. ਤੇ ਇਹਦਾ ਕੈਮੀਕਲ ਨੇਮ ਕੀ ਹੈ ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ. ਠੀਕ ਹੈ. ਸੋ ਕੀ ਦੇਖਿਆ ਅਸੀਂ ਕਿ ਜਦੋਂ ਅਸੀਂ ਕੈਲਸ਼ੀਅਮ ਸਲਫੇਟ ਡਾਈਹਾਈਡਰੇਟ ਨੂੰ ਹੀਟ ਕਰਦੇ ਹਾਂ ਤਾਂ ਸਾਨੂੰ ਪਲਾਸਟਰ ਆਫ ਪੈਰਿਸ ਜਿਹੜਾ ਹੈ obtain ਹੁੰਦਾ ਹੈ, that is ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ ਤੇ 1.5 molecule of water. ਠੀਕ ਹੈ. ਅਗੇਨ ਜਦੋਂ ਅਸੀਂ ਕੈਲਸ਼ੀਅਮ ਸਲਫੇਟ
ਹੈਮੀਹਾਈਡਰੇਟ ਯਾਨੀ ਕਿ ਪਲਾਸਟਰ ਆਫ ਪੈਰਿਸ ਨੂੰ ਮੋਇਸਚਨ ਕਰਦੇ ਹਾਂ ਪਾਣੀ ਦੇ ਨਾਲ, ਤਾਂ ਇਹ ਅਗੇਨ ਜਿਪਸਮ ਯਾਨੀ ਕਿ ਇੱਕ ਹਾਰਡ ਸੋਲਿਡ ਦੇ ਵਿੱਚ ਅਗੇਨ ਇਸੇ ਕੰਪਾਊਂਡ ਦੇ ਵਿੱਚ ਬਦਲ ਜਾਂਦਾ ਹੈ, ਦੈਟ ਇਜ਼ ਜਿਪਸਮ। ਇਹ ਜਿਹੜਾ ਪਲਾਸਟਰ ਆਫ ਪੈਰਿਸ ਹੈ ਅਗੇਨ ਕੀ ਬਣ ਜਾਂਦਾ ਹੈ, ਜਿਪਸਮ। ਠੀਕ ਹੈ, ਹੁਣ ਇੱਥੇ ਇੱਕ ਗੱਲ ਦੇਖਣ ਵਾਲੀ ਹੈ ਕਿ ਪਲਾਸਟਰ ਆਫ ਪੈਰਿਸ ਦੇ ਵਿੱਚ ਕੈਲਸ਼ੀਅਮ ਸਲਫੇਟ ਦੇ ਕੋਲ ਹਾਫ ਵਾਟਰ ਮੋਲੀਕਿਊਲ ਹੈ। ਹਾਫ ਵਾਟਰ ਦਾ ਹਾਫ ਮੋਲੀਕਿਊਲ ਕਿੱਦਾਂ ਪੋਸੀਬਲ ਹੈ? ਇੱਥੋਂ ਕੀ ਹੈ, ਇਹਦਾ ਕੀ ਰੀਜ਼ਨ ਹੈ ਕਿ ਜਿਹੜਾ ਕੈਲਸ਼ੀਅਮ ਸਲਫੇਟ ਦੇ ਦੋ ਮੋਲੀਕਿਊਲਸ ਨੇ, ਦੋ ਫਾਰਮੂਲਾ ਯੂਨਿਟਸ ਨੇ, ਉਹ ਕੀ ਕਰਦੇ ਨੇ, ਇੱਕ ਵਾਟਰ ਮੋਲੀਕਿਊਲ ਨੂੰ ਸ਼ੇਅਰ ਕਰਦੇ ਆ। ਠੀਕ ਹੈ, ਕੈਲਸ਼ੀਅਮ ਸਲਫੇਟ ਦੇ ਦੋ ਮੋਲੀਕਿਊਲਸ ਵਾਟਰ ਦੇ ਇੱਕ ਮੋਲੀਕਿਊਲ ਨੂੰ ਸ਼ੇਅਰ ਕਰਦੇ ਆ, ਇਸ ਲਈ ਅਸੀਂ ਪਲਾਸਟਰ ਆਫ ਪੈਰਿਸ ਦੇ ਇੱਕ ਮੋਲੀਕਿਊਲ ਦੇ ਨਾਲ ਕਿੰਨਾ ਵਾਟਰ ਆਫ ਕ੍ਰਿਸਟਲਾਈਜੇਸ਼ਨ ਲਗਾਉਂਦੇ ਆ, ਹਾਫ। ਠੀਕ ਹੈ, ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਪਲਾਸਟਰ ਆਫ ਪੈਰਿਸ ਦੇ ਕੋਲ ਹਾਫ ਵਾਟਰ ਮੋਲੀਕਿਊਲ ਹੈ। ਇਹ ਪੋਸੀਬਲ ਕਿਵੇਂ ਹੈ? ਕਿਉਂਕਿ ਕੈਲਸ਼ੀਅਮ ਸਲਫੇਟ ਦੇ ਜਿਹੜੇ ਦੋ ਮੋਲੀਕਿਊਲਸ ਨੇ ਉਹ ਇੱਕ ਵਾਟਰ ਦੇ ਇੱਕ ਮੋਲੀਕਿਊਲ ਨੂੰ ਆਪਸ ਦੇ ਵਿੱਚ ਸ਼ੇਅਰ ਕਰਦੇ ਆ। ਸੋ ਦਿਸ ਇਜ਼ ਦ ਕਨਸੈਪਟ ਆਫ gypsum।